सत श्री अकाल जी सारिਆਂ ਨੂੰ। पिछले ਲੈਕਚਰਾਂ ਦੇ ਵਿੱਚ ਅਸੀਂ ਮਾਡਰਨ ਇੰਡੀਅਨ ਹਿਸਟਰੀ ਤੇ ਲੈਕਚਰ ਸੀਰੀਜ਼ ਸ਼ੁਰੂ ਕੀਤੀ ਹੈ ਤੇ ਉਸ ਦੇ ਵਿੱਚ ਅਸੀਂ ਐਡਵੈਂਟ ਆਫ ਯੂਰਪੀਅਨਸ ਤੋਂ ਸਟਾਰਟ ਕਰਦੇ ਹੋਏ ਪਹਿਲਾਂ ਪੁਰਤਗੀਜ਼ ਤੇ ਇੰਗਲਿਸ਼ ਬਾਰੇ ਪੜ੍ਹ ਚੁੱਕੇ ਹਾਂ। ਇੰਗਲਿਸ਼ ਬਾਰੇ ਅਸੀਂ ਉੱਥੇ ਤੱਕ ਪੜ੍ਹਿਆ ਜਿੱਥੇ ਤੱਕ ਉਹ ਵੈਲ ਐਸਟੈਬਲਿਸ਼ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਅਸੀਂ ਅੱਜ ਦੇ ਲੈਕਚਰ ਦੇ ਵਿੱਚ ਡੱਚ ਅਤੇ ਫ੍ਰੈਂਚ ਜਿਹੜੀਆਂ ਲੋਕ ਆਏ ਭਾਰਤ ਦੇ ਵਿੱਚ ਵਪਾਰ ਕਰਨ ਲਈ ਉਹਨਾਂ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਤਾਂ ਸਾਰਿਆਂ ਨੂੰ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਡੱਚ ਬਾਰੇ। ਡੱਚ ਜਿਹੜੇ ਪੀਪਲ ਸਨ ਉਹ ਬੇਸਿਕਲੀ ਅੱਜ ਦੇ ਸੰਸਾਰ ਦੇ ਵਿੱਚ ਅਸੀਂ ਨੈਦਰਲੈਂਡ ਨਾਂ ਦੀ ਕੰਟਰੀ ਜੋ ਯੂਰਪੀਅਨ ਕੰਟਰੀ ਆ ਉਹਦੇ ਬਾਰੇ ਜਾਣਦੇ ਹਾਂ। ਉਸ ਨੂੰ ਪੁਰਾਣੇ ਸਮੇਂ ਦੇ ਵਿੱਚ ਹਾਲੈਂਡ ਕਿਹਾ ਜਾਂਦਾ ਸੀ ਅਤੇ ਹਾਲੈਂਡ ਦੇ ਜਿਹੜੇ ਨਿਵਾਸੀ ਸਨ ਉਹਨਾਂ ਨੂੰ ਡੱਚ ਕਿਹਾ ਜਾਂਦਾ ਸੀ। ਤਾਂ ਜਦੋਂ ਭਾਰਤ ਦੇ ਨਾਲ ਸੀ ਰੂਟ ਰਾਹੀਂ ਟ੍ਰੇਡ ਸ਼ੁਰੂ ਹੋਈ ਪੁਰਤਗਾਲੀਆਂ ਅਤੇ ਇੰਗਲਿਸ਼ ਤੋਂ ਬਾਅਦ ਡੱਚ ਨੇ ਵੀ ਸੋਚਿਆ ਕਿ ਜੇ ਇੰਨੀ ਫੇਵਰੇਬਲ ਪ੍ਰੋਫਿਟ ਵਾਲੀ ਟ੍ਰੇਡ ਹੈ ਤਾਂ ਕਿਉਂ ਨਾ ਇਸ ਨੂੰ ਟਰਾਈ ਕੀਤਾ ਜਾਵੇ। ਤਾਂ 1602 ਈਸਵੀ ਦੇ ਵਿੱਚ ਬੜਾ ਇੰਪੋਰਟੈਂਟ ਸਾਲ ਹੈ ਜੀ, ਇਹਨਾਂ ਨੇ ਆਪਣੀ ਡੱਚ ਈਸਟ ਇੰਡੀਆ ਕੰਪਨੀ ਬਣਾਈ। ਠੀਕ ਹੈ, ਉੱਥੋਂ ਦੀ ਸਰਕਾਰ ਵੱਲੋਂ ਬਣਾਈ ਗਈ ਸੀ ਡੱਚ ਈਸਟ ਇੰਡੀਆ ਕੰਪਨੀ ਤਾਂ ਕਿ ਭਾਰਤ ਦੇ ਨਾਲ ਵਪਾਰ ਕੀਤਾ ਜਾ ਸਕੇ, ਟ੍ਰੇਡ ਕੀਤੀ ਜਾ ਸਕੇ। ਅਤੇ ਉੱਥੋਂ ਦੀ ਸਰਕਾਰ ਨੇ ਇਸ ਕੰਪਨੀ ਨੂੰ ਇੰਪਾਵਰ ਕੀਤਾ ਕਿ ਇਹ ਆਪਣੇ ਦਮ 'ਤੇ ਟਰੀਟੀਜ਼ ਕਰ ਸਕਦੀ ਹੈ, ਸੰਧੀਆਂ ਕਰ ਸਕਦੀ ਹੈ, ਸਮਝੌਤੇ ਕਰ ਸਕਦੀ ਆ, ਪੋਰਟ ਇਰੈਕਟ ਕਰ ਸਕਦੀ ਆ, ਵਾਰ ਡਿਕਲੇਅਰ ਕਰ ਸਕਦੀ ਆ। ਠੀਕ ਹੈ ਜੀ, ਅਤੇ ਵਾਰ ਕਨਕਲੂਡ ਕਰ ਸਕਦੀ ਆ, ਟ੍ਰੇਡ ਕਰ ਸਕਦੀ ਹੈ। ਤਾਂ ਇੰਨੀਆਂ ਪਾਵਰਸ ਦੇ ਕੇ ਇਸ ਨੂੰ ਈਸਟ ਦੇ ਬੰਨੀ ਵਪਾਰ ਕਰਨ ਲਈ ਭੇਜਿਆ ਗਿਆ। ਤਾਂ ਜਿਹੜਾ ਇਹਨਾਂ ਦਾ ਪ੍ਰਾਈਮ ਇੰਟਰਸਟ ਸੀ ਉਹ ਇੰਡੀਆ ਨਾਲ ਹੋ ਕੇ ਇੰਡੋਨੇਸ਼ੀਆ ਸੀ। ਠੀਕ ਹੈ ਜੀ, ਇੰਡੋਨੇਸ਼ੀਆ ਦੇ ਜਿਹੜਾ ਦੀਪ ਸਮੂਹ ਆ ਉਹਦੇ ਜਿਹੜੇ ਦੀਪ ਨੇ ਜਿਸ ਤਰ੍ਹਾਂ ਜਾਵਾ, ਸੁਮਾਤਰਾ, ਉੱਥੋਂ ਇਹ ਸਪਾਈਸਿਸ ਖਰੀਦਦੇ ਸਨ ਅਤੇ ਸਪਾਈਸਿਸ ਖਰੀਦ ਕੇ ਉਸ ਨੂੰ ਯੂਰਪ ਦੀਆਂ ਮਾਰਕੀਟਸ ਦੇ ਵਿੱਚ ਵੇਚਦੇ ਸਨ। ਠੀਕ ਹੈ ਜੀ, ਤਾਂ ਇੰਡੀਆ ਵੀ ਰਾਹ ਦੇ ਵਿੱਚ ਹੀ ਹੈ। ਜਦੋਂ ਅਸੀਂ ਯੂਰਪ ਵੱਲੋਂ ਇੰਡੋਨੇਸ਼ੀਆ ਤੋਂ ਯੂਰਪ ਜਾਂਦੇ ਹਾਂ ਤਾਂ ਫਿਰ ਇਹਨਾਂ ਨੇ ਭਾਰਤ ਦੇ ਵਿੱਚ ਵੀ ਹੌਲੀ ਹੌਲੀ ਆਪਣਾ ਵਪਾਰ ਵਧਾਉਣਾ ਸਟਾਰਟ ਕੀਤਾ। ਠੀਕ ਹੈ ਜੀ, ਅਤੇ ਸਾਰਿਆਂ ਨੂੰ ਪਹਿਲਾਂ ਇਹਨਾਂ ਨੇ 1605 ਈਸਵੀ ਦੇ ਵਿੱਚ ਮਸੂਲੀਪਟਨਮ, ਠੀਕ ਹੈ ਜੀ, ਉਹੀ ਜਗ੍ਹਾ ਜਿੱਥੋਂ ਅੰਗਰੇਜ਼ਾਂ ਨੇ ਆਪਣਾ ਕੋਰੋਮੰਡਲ ਕੋਸਟ, ਪਹਿਲੀ ਗੱਲ ਤਾਂ ਮਸੂਲੀਪਟਨਮ ਆਂਧਰਾ ਦੇ ਵਿੱਚ ਹੈ, ਪਹਿਲੇ ਪਿਛਲੇ ਲੈਕਚਰਾਂ 'ਚ ਵੀ ਦੱਸਿਆ ਸੀ, ਅਤੇ ਈਸਟ ਕੋਸਟ ਦੇ ਵਿੱਚ ਆ। ਕੋਰੋਮੰਡਲ ਕੋਸਟ ਕਿਹਾ ਜਾਂਦਾ ਭਾਰਤ ਦਾ ਜਿਹੜਾ ਈਸਟ ਕੋਸਟ ਆ ਉਸਨੂੰ ਕੋਰੋਮੰਡਲ ਕੋਸਟ ਕਹਿ ਦਿੱਤਾ ਜਾਂਦਾ। ਜਿਹੜਾ ਵੈਸਟ ਕੋਸਟ ਆ ਉਹਨੂੰ ਮਾਲਾਬਾਰ ਕੋਸਟ, ਕੋਂਕਣ ਕੋਸਟ, ਕਾਫੀ ਨਾਮ ਨੇ ਉਸਦੇ ਪੱਟੀਆਂ ਦੇ। ਠੀਕ ਹੈ, ਜਾਂ ਵੈਸਟ ਕੋਸਟ ਅਸੀਂ ਕਹਿ ਦਿੰਦੇ ਹਾਂ। ਠੀਕ ਹੈ, ਤਾਂ ਕੋਰੋਮੰਡਲ ਕੋਸਟ 'ਤੇ ਮਸੂਲੀਪਟਨਮ ਸ਼ਹਿਰ ਸੀ, ਉੱਥੇ ਇਹਨਾਂ ਨੇ ਆਪਣੀ ਪਹਿਲੀ ਫੈਕਟਰੀ ਇਸਟੈਬਲਿਸ਼ ਕੀਤੀ। ਠੀਕ ਹੈ, ਅਤੇ ਜਦੋਂ ਇਹਨਾਂ ਨੇ ਟ੍ਰੇਡ ਕਰਨੀ ਸਟਾਰਟ ਕੀਤੀ, ਜਿਸ ਤਰ੍ਹਾਂ ਇੰਡੀਆ ਅਤੇ ਪਾਕਿਸਤਾਨ ਅੱਜ ਦੇ ਟਾਈਮ 'ਚ ਨੈਚੁਰਲ ਇੱਕ ਦੂਜੇ ਨਾਲ ਦੁਸ਼ਮਣੀ ਭਰਾ ਵਤੀਰਾ ਰੱਖਦੇ ਹਨ, ਉਸੇ ਤਰ੍ਹਾਂ ਹੀ ਪੁਰਤਗਾਲ ਅਤੇ ਡੱਚ ਦੀ ਵੀ ਨੈਚੁਰਲ ਰਾਈਵਲਰੀ ਸੀ ਉਸ ਸਮੇਂ ਦੇ ਵਿੱਚ। ਤਾਂ ਪੁਰਤਗਾਲ ਨੂੰ ਇਹਨਾਂ ਨੇ ਕੰਪੀਟ ਕਰਨਾ ਸਟਾਰਟ ਕੀਤਾ, ਇੰਗਲਿਸ਼ ਨੇ ਕੰਪੀਟੀਸ਼ਨ ਵੀ ਦੇਣਾ ਸਟਾਰਟ ਕੀਤਾ, ਅਤੇ ਤਿੰਨ ਇੱਕ ਤਰ੍ਹਾਂ ਦਾ ਕੰਪੀਟੀਸ਼ਨ ਚੱਲ ਰਿਹਾ ਸੀ ਇਹਨਾਂ ਦੇ ਵਿਚਕਾਰ। ਤਾਂ ਇਹਨਾਂ ਨੇ ਕੋਰੋਮੰਡਲ ਕੋਸਟ ਤੋਂ ਪੁਰਤਗੀਜ਼ ਨੂੰ ਰਿਪਲੇਸ ਕਰ ਦਿੱਤਾ ਹੌਲੀ ਹੌਲੀ। ਠੀਕ ਹੈ ਜੀ, ਮੇਨ ਇਹਦੇ ਵਿੱਚ ਡੱਚ ਦੇ ਵਿੱਚ ਜ਼ਿਆਦਾ ਨਹੀਂ ਹੈ, ਪਰ ਜਿੰਨਾ ਜਿੰਨਾ ਇੰਪੋਰਟੈਂਟ ਹੈ ਉਹ ਅਸੀਂ ਨੋਟ ਕਰਦੇ ਜਾਵਾਂਗੇ। ਠੀਕ ਹੈ, ਰਿਪਲੇਸਡ ਪੁਰਤਗੀਜ਼ from ਕੋਰੋਮੰਡਲ ਕੋਸਟ। ਠੀਕ ਹੈ, ਮਦਰਾਸ ਦੇ ਕੋਲ ਇੱਕ ਜਗ੍ਹਾ ਹੈ ਜੀ ਨਾਗਾਪਟਨਮ, ਉਹ ਪੁਰਤਗੀਜ਼ ਦਾ ਇੱਕ ਬੜਾ ਇੰਪੋਰਟੈਂਟ ਟ੍ਰੇਡ ਸੈਂਟਰ ਸੀ। ਠੀਕ ਹੈ ਜੀ, ਉਸ ਨੂੰ ਵੀ ਇਹਨਾਂ ਨੇ ਖੋਹ ਲਿਆ ਪੁਰਤਗੀਜ਼ ਤੋਂ। ਠੀਕ ਹੈ, ਨਾਗਾਪਟਨਮ ਦੀ ਜਗ੍ਹਾ ਨੂੰ ਇਹਨਾਂ ਨੇ ਪੁਰਤਗੀਜ਼ ਤੋਂ ਹਥਿਆ ਲਿਆ। ਠੀਕ ਹੈ, ਇਸ ਤੋਂ ਇਲਾਵਾ ਇਹਨਾਂ ਨੇ ਆਪਣਾ ਇੱਕ ਟ੍ਰੇਡ ਸੈਂਟਰ ਇਸਟੈਬਲਿਸ਼ ਕੀਤਾ ਪੁਲੀਕਟ ਦੇ ਵਿੱਚ। ਠੀਕ ਹੈ, ਪੁਲੀਕਟ ਲੇਕ ਜੋਗਰਾਫੀ ਦੇ ਵਿੱਚ ਬੜੀ ਇੰਪੋਰਟੈਂਟ ਹੈ ਜੀ, ਉਸ ਦੇ ਨਾਲ ਹੀ ਇੱਕ ਪੁਲੀਕਟ ਸ਼ਹਿਰ ਵੀ ਹੈ। ਪੁਲੀਕਟ ਦੇ ਵਿੱਚ ਇਹਨਾਂ ਨੇ ਆਪਣਾ ਟ੍ਰੇਡਿੰਗ ਸੈਂਟਰ ਸਥਾਪਿਤ ਕੀਤਾ, ਜਿੱਥੇ ਇਹਨਾਂ ਨੇ ਇੱਕ ਫੋਰਟ ਵੀ ਇਰੈਕਟ ਕੀਤਾ, ਇੱਕ ਕਿਲ੍ਹਾ ਵੀ ਬਣਾਇਆ ਜਿਹਨੂੰ ਕਹਿੰਦੇ ਨੇ ਫੋਰਟ ਗੈਲਡਰੀਆ। ਠੀਕ ਹੈ, ਤਾਂ ਗੈਲਡਰੀਆ ਫੋਰਟ ਇਹਨਾਂ ਨੇ ਆਪਣਾ ਇਸਟੈਬਲਿਸ਼ ਕੀਤਾ ਆਪਣੀ ਤਾਕਤ, ਵਪਾਰਕ ਤਾਕਤ ਨੂੰ ਹੋਰ ਮਜ਼ਬੂਤ ਕਰਨ ਦੇ ਲਈ। ਠੀਕ ਹੈ, ਜਿਵੇਂ ਕਿ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਇਹਨਾਂ ਦਾ ਜਿਹੜਾ ਮੇਨ ਇੰਟਰਸਟ ਸੀ ਉਹ ਕਿਹਦੇ ਵਿੱਚ ਸੀ, ਇੰਡੋਨੇਸ਼ੀਆ ਤੋਂ ਜਿਹੜੇ ਸਪਾਈਸਿਸ ਆਉਂਦੇ ਸਨ। ਤਾਂ ਇਹ ਕੀ ਕਰਦੇ ਸਨ, ਰੀਡਿਸਟਰੀਬਿਊਟਿਵ ਟ੍ਰੇਡ ਕਰਦੇ ਸਨ, ਜਾਂ ਕੈਰਿੰਗ ਟ੍ਰੇਡ ਵੀ ਜਿਹਨੂੰ ਕਹਿੰਦੇ ਆ। ਕੀ ਕਰਦੇ ਸਨ, ਸਪਾਈਸਿਸ ਖਰੀਦਦੇ ਸਨ ਇੰਡੋਨੇਸ਼ੀਆ ਤੋਂ, ਉਹਨਾਂ ਨੂੰ ਵੇਚਦੇ ਸਨ ਇੰਡੀਆ 'ਚ। ਇੰਡੀਆ ਤੋਂ ਕੀ ਖਰੀਦਦੇ ਸਨ, ਜਿਸ ਤਰ੍ਹਾਂ ਗੁਜਰਾਤ ਤੋਂ ਕਾਟਨ ਖਰੀਦਦੇ ਸਨ,
ਬੰਗਾਲ ਵਾਲੇ ਪਾਸੋਂ ਸਿਲਕ, ਅਫੀਮ ਵੀ ਖਰੀਦਦੇ ਸਨ ਜੀ, ਅਫੀਮ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਕਹਿ ਦਿੰਦੇ ਹਾਂ, ਠੀਕ ਹੈ। ਤਾਂ ਬੇਸਿਕਲੀ ਇਹ ਸਪਾਈਸਿਸ ਇੰਡੀਆ ਲਈ ਸਪਾਈਸਿਸ ਇੰਡੀਆ 'ਚ ਸਪਾਈਸਿਸ ਲਈ ਨਹੀਂ ਆਉਂਦੇ ਸਨ, ਇਹ ਇੰਡੀਆ 'ਚ ਇੱਥੋਂ ਦੇ ਟੈਕਸਟਾਈਲ ਲਈ ਆਉਂਦੇ ਸਨ, ਠੀਕ ਹੈ। ਤਾਂ ਟੈਕਸਟਾਈਲ ਨੂੰ ਇੰਡੀਆ ਦੇ ਟੈਕਸਟਾਈਲ ਨੂੰ ਪ੍ਰਮੋਟ ਕਰਨ ਲਈ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਸੀ ਟ੍ਰੇਡਿੰਗ ਦੇ ਵਿੱਚ। ਵੈਸੇ ਜਿਹੜਾ ਇੰਡੀਆ ਦਾ ਟੈਕਸਟਾਈਲ ਹੈ ਉਹ ਸ਼ੁਰੂ ਤੋਂ ਹੀ ਪੱਛਮ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਰਿਹਾ, ਠੀਕ ਹੈ ਜੀ। ਤੇ ਇਹਨਾਂ ਨੇ ਟੈਕਸਟਾਈਲ ਟ੍ਰੇਡ ਨੂੰ ਪ੍ਰਮੋਟ ਕੀਤਾ ਜੀ। ਤੇ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਹੋਰ ਸਟਰਾਈਕਿੰਗ ਫੀਚਰ ਜਿਹੜਾ ਆਪਾਂ ਕਹਿ ਸਕਦੇ ਹਾਂ ਇੰਗਲਿਸ਼ ਦੇ ਮੁਕਾਬਲੇ ਇਹ ਸੀ ਕਿ ਇਹ ਅੰਪਾਇਰ ਬਿਲਡਿੰਗ ਕਰਨ ਦੇ ਵਿੱਚ ਇਹਨਾਂ ਨੇ ਕੋਈ ਇੰਟਰਸਟ ਨਹੀਂ ਲਿਆ ਇੰਡੀਆ ਦੇ ਵਿੱਚ, ਆਪਣਾ ਕਦੇ ਵੀ ਕੋਈ ਪੋਲੀਟੀਕਲ ਮੋਟਿਵ ਜ਼ਾਹਰ ਨਹੀਂ ਕੀਤਾ। ਜੇ ਕੋਈ ਥੋੜ੍ਹੀ ਬਹੁਤ ਇਹਨਾਂ ਦੀ ਕਿਸੇ ਨਾਲ ਰਾਈਵਲਰੀ ਚੱਲੀ ਹੈ, ਪੁਰਤਗੀਜ਼ ਨਾਲ ਚੱਲੀ ਆ, ਤਾਂ ਉਸ ਨੂੰ ਇਹ ਸਿਰਫ ਟ੍ਰੇਡ ਦੇ ਵਿੱਚ ਹੀ ਰੱਖਦੇ ਸਨ, ਠੀਕ ਹੈ। ਕਦੇ ਵੀ ਇਹ ਮਨਸ਼ਾਵਾਂ ਜ਼ਾਹਰ ਨਹੀਂ ਕੀਤੀਆਂ ਜਾਣੇ ਜਾਂ ਅਣਜਾਣੇ ਵਿੱਚ ਕਿ ਇਹ ਇੱਥੇ ਅੰਪਾਇਰ ਬਿਲਡਿੰਗ ਕਰਨਾ ਚਾਹੁੰਦੇ ਹਨ, ਠੀਕ ਹੈ। ਤੇ ਰਾਈਵਲਰੀ ਤਾਂ ਸੀ ਅਸੀਂ ਪਹਿਲਾਂ ਹੀ ਜਾਣਦੇ ਹਾਂ, ਇੰਗਲਿਸ਼ ਨਾਲ ਵੀ ਸੀ ਤੇ ਪੁਰਤਗੀਜ਼ ਨਾਲ ਵੀ ਸੀ, ਠੀਕ ਹੈ। ਪੁਰਤਗੀਜ਼ ਨੂੰ ਇਹਨਾਂ ਨੇ ਹੌਲੀ ਹੌਲੀ ਰਿਪਲੇਸ ਕਰ ਦਿੱਤਾ ਕੋਰੋਮੰਡਲ ਕੋਸਟ ਤੋਂ ਖਾਸ ਕਰਕੇ, ਠੀਕ ਹੈ। ਤੇ ਜੇ ਗੱਲ ਕਰੀਏ ਐਂਗਲੋ ਡੱਚ ਰਾਈਵਲਰੀ ਦੀ, ਇੰਗਲਿਸ਼ ਨਾਲ ਇਹਨਾਂ ਦਾ ਕਿਵੇਂ ਚੱਲਿਆ, ਤਾਂ ਉਹਦੇ ਵਿੱਚ ਦੋ ਪ੍ਰੋਮੀਨੈਂਟ ਘਟਨਾਵਾਂ ਨੇ, ਜ਼ਿਆਦਾ ਅਸੀਂ ਡੂੰਘਾਈ 'ਚ ਨਹੀਂ ਜਾਵਾਂਗੇ, ਉਹਨਾਂ ਬਾਰੇ ਗੱਲ ਕਰਾਂਗੇ। ਪਹਿਲੀ ਘਟਨਾ ਹੋਈ ਹੈ ਜੀ 1667 ਦੇ ਵਿੱਚ, ਠੀਕ ਹੈ। 1667 ਤੋਂ ਪਹਿਲਾਂ ਇਹਨਾਂ ਦਾ ਅੰਗਰੇਜ਼ਾਂ ਨਾਲ ਟਸਲ ਚੱਲਦਾ ਰਹਿੰਦਾ ਸੀ, ਪਰ 1667 ਦੇ ਵਿੱਚ ਇਹਨਾਂ ਨੇ ਅੰਗਰੇਜ਼ਾਂ ਨਾਲ ਇੱਕ ਸੰਧੀ ਕਰ ਲਈ, ਇੱਕ ਟ੍ਰੀਟੀ ਕਰ ਲਈ, ਇੱਕ ਤਰ੍ਹਾਂ ਦਾ ਟਰੂਸ ਬਣਾ ਲਿਆ। ਕੀ ਸੀ ਉਸ ਸੰਧੀ ਦੇ ਵਿੱਚ? ਦੋ ਹੀ ਚੀਜ਼ਾਂ ਸਨ ਮੇਨ, ਕਿ ਇੰਗਲਿਸ਼ ਰਿਟਾਇਰਡ ਫਰੋਮ ਇੰਡੋਨੇਸ਼ੀਆ, ਇੰਗਲਿਸ਼ ਨੇ ਇੰਡੋਨੇਸ਼ੀਆ ਤੋਂ ਜਿਹੜੀ ਇਹਨਾਂ ਦੀ ਟ੍ਰੇਡ ਸੀ ਉਹਦੇ ਵਿੱਚ ਦਖਲ ਦੇਣਾ ਬੰਦ ਕਰ ਦਿੱਤਾ, ਠੀਕ ਹੈ। ਤੇ ਇਹਨਾਂ ਨੇ ਕੀ ਕੀਤਾ, ਡੱਚ ਵਾਲਿਆਂ ਨੇ ਇੰਡੀਆ ਦੀ ਟ੍ਰੇਡ ਦੇ ਵਿੱਚ ਦਖਲ ਦੇਣਾ ਬੰਦ ਕਰ ਦਿੱਤਾ। ਆਪਣੀ ਜਿਹੜੀ ਥੋੜ੍ਹੀ ਬਹੁਤ ਟ੍ਰੇਡ ਕਰਦੇ ਸਨ ਉਹ ਕਰ ਰਹੇ ਨੇ, ਪਰ ਇਹ ਅੰਗਰੇਜ਼ਾਂ ਦੇ ਹਿੱਤਾਂ ਦੇ ਵਿੱਚ ਦਖਲ ਨਹੀਂ ਦੇਣਗੇ, ਠੀਕ ਹੈ। ਤਾਂ 1667 ਦੇ ਵਿੱਚ ਇਹਨਾਂ ਦੀ ਇਹ ਟ੍ਰੀਟੀ ਹੋ ਗਈ, ਜਿਸ ਤੋਂ ਬਾਅਦ ਇਹਨਾਂ ਨੇ ਇੰਡੀਆ ਦੇ ਬੰਨੀ ਧਿਆਨ ਦੇਣਾ ਬੰਦ ਕਰ ਦਿੱਤਾ। ਬੇਸਿਕਲੀ ਕੁਛ ਹਾਲਾਤ ਇਹੋ ਜਿਹੇ ਸਨ, ਮਲਾਕਾ ਸਟ੍ਰੇਟ ਜਿਹੜੀ ਹੈ ਇੰਡੋਨੇਸ਼ੀਆ ਦੇ ਵਿੱਚ ਜਹਾਜ਼ਾਂ ਦਾ ਰਸਤਾ ਹੈ, ਉੱਥੇ ਇਹਨਾਂ ਦਾ ਜਿਹੜਾ ਇੰਟਰਸਟ ਹੈ ਬਹੁਤ ਜ਼ਿਆਦਾ ਵੱਧ ਗਿਆ। ਇਸ ਤੋਂ ਇਲਾਵਾ ਮਲਾਇਆ ਪੈਨਸੂਲਾ, ਜਿਸ ਨੂੰ ਅੱਜ ਕੱਲ੍ਹ ਅਸੀਂ ਮਲੇਸ਼ੀਆ ਦੇ ਨਾਲ ਨਾਂ ਦੇ ਨਾਲ ਜਾਣਦੇ ਹਾਂ, ਤਾਂ ਉਸ ਦੇ ਵਿੱਚ ਵੀ ਇਹਨਾਂ ਦਾ ਇੰਟਰਸਟ ਆ ਗਿਆ। ਤਾਂ ਇੰਡੀਆ ਨਾਲੋਂ ਹੋਰ ਲੁਕਰੇਟਿਵ ਇਹਨਾਂ ਨੂੰ ਵਪਾਰ ਕਰਨ ਲਈ ਸੈਂਟਰਸ ਮਿਲ ਗਏ, ਤਾਂ ਇਹਨਾਂ ਦਾ ਧਿਆਨ ਉੱਧਰ ਹੋ ਗਿਆ। ਬੇਸਿਕਲੀ ਹਰੇਕ ਪਾਵਰ ਨਾਲ ਇਹ ਫੈਕਟਰ ਪਿੱਛੇ ਕੰਮ ਕੀਤਾ ਹੈ। ਜਿਸ ਤਰ੍ਹਾਂ ਪਿੱਛੇ ਅਸੀਂ ਪੁਰਤਗਾਲੀਆਂ ਦੀ ਗੱਲ ਕੀਤੀ ਸੀ, ਪੁਰਤਗਾਲੀਆਂ ਦਾ ਪਹਿਲਾਂ ਇੰਡੀਆ 'ਤੇ ਬਹੁਤ ਧਿਆਨ ਸੀ, ਠੀਕ ਹੈ। ਪਰੰਤੂ ਜਦੋਂ ਹੀ ਬ੍ਰਾਜ਼ੀਲ ਦੀ ਖੋਜ ਹੋਈ, ਸਾਊਥ ਅਮਰੀਕਾ ਕੰਟੀਨੈਂਟ, ਠੀਕ ਹੈ, ਜੇ ਸਾਡੇ ਜਿਓਗ੍ਰਾਫੀ ਧਿਆਨ 'ਚ ਆ, ਸਾਊਥ ਅਮਰੀਕਾ ਕੰਟੀਨੈਂਟ ਦਾ ਇੱਕ ਬੜਾ ਵੱਡਾ ਦੇਸ਼ ਹੈ ਬ੍ਰਾਜ਼ੀਲ, ਤਾਂ ਉਹਨਾਂ ਦਾ ਜ਼ਿਆਦਾ ਧਿਆਨ ਬ੍ਰਾਜ਼ੀਲ ਵੱਲ ਹੋ ਗਿਆ, ਕਿਉਂਕਿ ਵੱਡਾ ਕੰਟਰੀ ਸੀ ਤੇ ਇੱਥੇ ਰਾਈਵਲਰੀ ਹਜੇ ਨਵੀਂ ਲੈਂਡ ਸੀ, ਰਾਈਵਲਰੀ ਵੀ ਨਹੀਂ ਸੀ। ਇੱਧਰ ਇੰਗਲਿਸ਼ ਤੇ ਡੱਚ ਆ ਰਹੇ ਸਨ, ਤਾਂ ਉਹ ਉੱਧਰ ਨੂੰ ਚੱਲ ਗਏ। ਇਸ ਤਰ੍ਹਾਂ ਡੱਚ ਸੀ ਇੰਡੋਨੇਸ਼ੀਆ ਵੱਲ ਨੂੰ ਚੱਲ ਗਏ। ਤਾਂ ਬੇਸਿਕਲੀ ਇੰਡੀਆ ਦੇ ਵਿੱਚ ਦੋ ਹੀ ਵੱਡੀਆਂ ਪਾਵਰਾਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਕੰਪੀਟ ਕੀਤਾ, ਕਿਹੜੀਆਂ ਸਨ? ਉਹ ਸਨ ਫਰੈਂਚ ਤੇ ਇੰਗਲਿਸ਼, ਠੀਕ ਹੈ। 1767 ਦੇ ਵਿੱਚ ਇੰਡੋਨੇਸ਼ੀਆ ਵੱਲ ਚੱਲ ਗਏ, ਆਪਦੀ ਟ੍ਰੇਡ ਥੋੜ੍ਹੀ ਬਹੁਤ ਕਰਦੇ ਰਹੇ। ਫਿਰ ਵੀ ਇੱਕ 1759 ਦੇ ਵਿੱਚ, ਠੀਕ ਹੈ, ਇਹਨਾਂ ਨੇ ਇੰਗਲਿਸ਼ ਨਾਲ ਇੱਕ ਵਾਰ ਫਿਰ ਪੰਗਾ ਲਿਆ ਸੀ, ਇੰਨੇ ਸਾਲ ਗੁਜ਼ਰਨ ਤੋਂ ਬਾਅਦ, ਠੀਕ ਹੈ। ਪਰ ਉਹਦੇ ਵਿੱਚ ਇਹਨਾਂ ਦੀ ਬਹੁਤ ਜ਼ਬਰਦਸਤ ਹਾਰ ਹੋਈ ਸੀ, ਜਮਾਂ ਹੀ ਵਾਈਪ ਆਊਟ ਕਰ ਦਿੱਤੇ ਗਏ ਇਹ ਇੰਡੀਆ ਤੋਂ 1759 ਦੇ ਵਿੱਚ। 1759 ਦੇ ਵਿੱਚ ਹੀ ਬੈਟਲ ਹੋਈ ਸੀ, ਬੈਟਲ ਆਫ ਹੁਗਲੀ। ਇਹਨੂੰ ਬੈਟਲ ਆਫ ਸਿਦਾਰਾ ਵੀ ਕਹਿੰਦੇ, ਠੀਕ ਹੈ। ਚਿੰਨਸੂਰਾ ਨਾਂ ਦੀ ਜਗ੍ਹਾ ਹੁਗਲੀ ਦੇ ਕੋਲੇ, ਉੱਥੇ ਬੈਟਲ ਹੋਈ ਸੀ, ਠੀਕ ਹੈ। ਇਹਨਾਂ ਦਾ ਟ੍ਰੇਡਿੰਗ ਸੈਂਟਰ ਵੀ ਸੀ ਉਹ ਚਿੰਨਸੂਰਾ, ਬਿਮਲੀਪਟਨਮ, ਇਹੋ ਜਿਹੇ ਕਈ ਟ੍ਰੇਡਿੰਗ ਸੈਂਟਰ ਸੀ ਛੋਟੇ ਛੋਟੇ, ਜੋ ਯਾਦ ਰੱਖਣ ਦੀ ਸਾਨੂੰ ਜ਼ਰੂਰਤ ਹੈ। ਚਲੋ ਇੰਪੋਰਟੈਂਟ ਨਹੀਂ, ਲਿਖ ਲਓ ਚਿੰਨਸੂਰਾ,
ਠੀਕ ਹੈ। ਚੈਨਸੂਰਾ ਤੇ ਵਿਮਲੀਪਟਨਮ, ਠੀਕ ਹੈ। ਚੈਨਸੂਰਾ ਦੇ ਵਿੱਚ ਇਹ ਘਟਨਾ ਹੋਈ ਸੀ ਜਿੱਥੇ ਅੰਗਰੇਜ਼ਾਂ ਦੀ ਨੇਵੀ ਤੇ ਇਹਨਾਂ ਦੀ ਨੇਵੀ ਦਾ ਟਾਕਰਾ ਹੋਇਆ ਸੀ ਤੇ ਅੰਗਰੇਜ਼ਾਂ ਨੇ ਇਹਨਾਂ ਨੂੰ ਕੰਪਲੀਟਲੀ ਅਪਰੂਵਡ ਕਰ ਦਿੱਤਾ, ਜਿਸ ਤੋਂ ਬਾਅਦ 1759 ਦੇ ਵਿੱਚ ਆ ਕੇ ਇਹਨਾਂ ਦਾ ਚੈਪਟਰ ਇੰਡੀਆ ਦੇ ਵਿੱਚੋਂ ਬਿਲਕੁਲ ਕਲੋਜ਼ ਹੋ ਗਿਆ, ਠੀਕ ਹੈ। ਤਾਂ ਡੱਚ ਦੇ ਵਿੱਚ ਜ਼ਿਆਦਾਤਰ ਯਾਦ ਰੱਖਣ ਵਾਲੇ 1667 1759 ਇਹ ਦੋ ਬੈਟਲਸ ਨੇ, ਜਾਂ ਫਿਰ 1605 ਦੇ ਵਿੱਚ ਉਹਨਾਂ ਨੇ ਆਪਣੀ ਮਸੂਲੀਪਟਨਮ ਦੇ ਵਿੱਚ ਜਿਹੜੀ ਫੈਕਟਰੀ ਸਥਾਪਿਤ ਕੀਤੀ ਸੀ, ਜਾਂ ਉਹਨਾਂ ਦੀ ਪੁਲੀਕਟ ਦੇ ਵਿੱਚ ਜਾਰਜ ਫੋਰਟ ਗੈਲਡਰੀਆ ਹੈ, ਉਹ ਯਾਦ ਰੱਖਣ ਦੀ ਲੋੜ ਹੈ। ਤੇ 1602 ਦੇ ਵਿੱਚ ਉਹਨਾਂ ਦੀ ਡੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਸੀ। ਤਾਂ ਇਹ ਸੀ ਬਰੀਫ ਜਿਹਾ ਇਤਿਹਾਸ ਡੱਚ ਈਸਟ ਇੰਡੀਆ ਕੰਪਨੀ ਦਾ, ਠੀਕ ਹੈ। ਹੁਣ ਅਸੀਂ ਸਭ ਨਾਲ ਮੇਨ ਦੀ ਗੱਲ ਕਰਦੇ ਹਾਂ, ਇੰਗਲਿਸ਼ ਤੋਂ ਬਾਅਦ ਜਿਹੜੇ 2 ਨੰਬਰ ਤੇ ਮੇਨ ਨੇ ਉਹ ਨੇ ਫਰੈਂਚ। ਤੇ ਚਲੋ ਜੀ ਅੱਗੇ ਵਧਦੇ ਹਾਂ ਫਰੈਂਚ ਵੱਲ। ਤਾਂ ਫਰੈਂਚ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਸ ਦੇ ਦੇਸ਼ ਬਾਰੇ ਤਾਂ ਸਾਨੂੰ ਕਿਸੇ ਨੂੰ ਕੋਈ ਵੀ ਸ਼ੱਕ ਨਹੀਂ ਹੋਵੇਗਾ ਕਿ ਜਿਹੜੇ ਫਰਾਂਸ ਦੇਸ਼ ਦੇ ਵਾਸੀ ਨੇ ਉਹਨਾਂ ਨੂੰ ਫਰੈਂਚ ਕਿਹਾ ਜਾਂਦਾ ਹੈ। ਬੜਾ ਯੂਰਪ ਦਾ ਪ੍ਰੋਮੀਨੈਂਟ ਕੰਟਰੀ ਹੈ ਜੀ ਫਰਾਂਸ। ਈਵਨ ਕਿ ਅਮਰੀਕਾ ਅਤੇ ਰੂਸ ਜਾਂ ਚੀਨ ਦੇ ਸੁਪਰ ਪਾਵਰ ਬਣਨ ਤੋਂ ਪਹਿਲਾਂ ਸੰਸਾਰ ਦੇ ਵਿੱਚ 2 ਹੀ ਸੁਪਰ ਪਾਵਰ ਸਨ, 3 ਸਨ ਕਹਿ ਲਓ, ਜਰਮਨੀ, ਫਰਾਂਸ ਤੇ ਇੰਗਲੈਂਡ, ਠੀਕ ਹੈ। ਯੂਰਪ ਦਾ ਕੰਟਰੀ ਹੈ, ਬੜਾ ਲੈਂਡ ਦੇ ਏਰੀਏ ਦੇ ਵਿੱਚ ਵੀ ਇੰਗਲੈਂਡ ਨਾਲ ਕਾਫੀ ਵੱਡਾ ਕੰਟਰੀ ਆ। ਤਾਂ ਇਹ ਲਾਸਟ ਸਨ ਜੀ ਇੰਡੀਆ ਦੇ ਵਿੱਚ ਆਉਣ ਵਾਲੇ ਫਰੈਂਚ, ਲਾਸਟ ਟੂ ਕੇਮ। ਬੜੀ ਲੇਟ ਜਾ ਕੇ ਆਲਸੀ ਸਨ ਥੋੜ੍ਹੇ ਜਿਹੇ, ਬੜੀ ਲੇਟ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਕਿ ਇੰਡੀਆ ਦੇ ਵਿੱਚ ਟ੍ਰੇਡ ਦੇ ਵਿੱਚ ਇੰਨਾ ਫਾਇਦਾ ਤੇ ਸਾਨੂੰ ਵੀ ਇਸ ਬਾਰੇ ਕੁਛ ਕਰਨਾ ਚਾਹੀਦਾ, ਠੀਕ ਹੈ। ਤਾਂ ਇੱਥੋਂ ਦਾ ਜਿਹੜਾ ਕਿੰਗ ਸੀ ਲੂਈ 14ਵਾਂ ਸੀ, ਉਸਦਾ ਇੱਕ ਬੜਾ ਫੇਮਸ ਮਿਨਿਸਟਰ ਸੀਗਾ ਯੂਰਪ ਦੀ ਹਿਸਟਰੀ ਦੇ ਵਿੱਚ, ਉਸਦਾ ਬੜਾ ਨਾਮ ਆਉਂਦਾ ਹੈ, ਉਸਦਾ ਨਾਮ ਕੋਲਬਰਟ ਇਹਦਾ ਮਿਨਿਸਟਰ ਸੀ, ਠੀਕ ਹੈ। ਤਾਂ ਉਸਨੇ ਜਦੋਂ ਦੇਖਿਆ ਕਿ ਭਾਰਤ ਤੋਂ ਜਿਹੜੀ ਟ੍ਰੇਡ ਹੁੰਦੀ ਹੈ ਉਸ ਦੇ ਵਿੱਚ ਇੰਨਾ ਫਾਇਦਾ ਹੈ, ਤਾਂ ਉਸਨੇ ਵੀ ਸੋਚਿਆ ਕਿ ਇੱਕ ਫਰੈਂਚ ਦੀ ਵੀ ਕੰਪਨੀ ਬਣਾਈ ਜਾਵੇ ਜਿਹੜੀ ਕਿ ਭਾਰਤ ਦੇ ਨਾਲ ਵਪਾਰ ਕਰੇ। ਤਾਂ ਇਹਨਾਂ ਨੇ ਬਣਾਈ ਜੀ ਕੈਂਪੇਨ ਡੀ ਇੰਡਸ ਓਰੀਐਂਟਲਸ, ਠੀਕ ਹੈ। ਇਹਦਾ ਨਾਂ ਸੀਗਾ ਫਰੈਂਚ ਦੇ ਵਿੱਚ, ਬੇਸਿਕਲੀ ਤੁਸੀਂ ਕਹਿ ਸਕਦੇ ਹੋ ਫਰੈਂਚ ਈਸਟ ਇੰਡੀਆ ਕੰਪਨੀ। ਠੀਕ ਹੈ, ਫਰੈਂਚ ਈਸਟ ਇੰਡੀਆ ਕੰਪਨੀ ਬਣਾਈ, ਸਾਲ ਸੀ ਜੀ 1664, ਠੀਕ ਹੈ। ਫਰੈਂਚ ਈਸਟ ਇੰਡੀਆ ਕੰਪਨੀ ਬਣਾਈ ਤੇ ਇਸ ਨੂੰ 50 ਸਾਲਾਂ ਦੇ ਲਈ ਮੋਨੋਪਲੀ ਦਿੱਤੀ ਗਈ ਫਰੈਂਚ ਸਟੇਟ ਵੱਲੋਂ। 50 ਸਾਲਾਂ ਦੀ ਮੋਨੋਪਲੀ ਸੀ ਇਸ ਨੂੰ ਇੰਡੀਅਨ ਓਸ਼ਨ ਦੇ ਵਿੱਚ ਟ੍ਰੇਡ ਕਰਨ ਲਈ, ਇੰਡੋਨੇਸ਼ੀਆ ਤੇ ਇੰਡੀਆ ਦੇ ਨਾਲ, ਠੀਕ ਹੈ। ਤੇ ਸਾਰਿਆਂ ਨਾਲੋਂ ਪਹਿਲਾਂ ਇਹਨਾਂ ਨੇ ਇੰਡੀਅਨ ਓਸ਼ਨ ਦੇ ਵਿੱਚ, ਮੈਂ ਕਿਹਾ ਤਾਂ ਸਭ ਨਾਲੋਂ ਪਹਿਲਾਂ ਇਹਨਾਂ ਨੇ ਆਪਣਾ ਮੈਡਾਗਾਸਕਰ ਦੇ ਵਿੱਚ ਲੱਕ ਟਰਾਈ ਕੀਤਾ ਜੀ। ਇੰਡੀਅਨ ਓਸ਼ਨ ਦੇ ਵਿੱਚ ਇੱਕ ਟਾਪੂ ਆ ਅਫਰੀਕਾ ਦੇ ਕੋਲ ਮੈਡਾਗਾਸਕਰ, ਉੱਥੇ ਇਹਨਾਂ ਨੇ ਆਪਣਾ ਲੱਕ ਟਰਾਈ ਕੀਤਾ, ਪਰ ਉੱਥੇ ਇਹਨਾਂ ਦਾ ਟ੍ਰੇਡ ਸੈਂਟਰ ਇਸਟੈਬਲਿਸ਼ ਨਾ ਹੋ ਚੁੱਕਿਆ, ਜਾਂ ਕਹਿ ਸਕੋ ਇੰਨਾ ਪ੍ਰੋਫਿਟ ਨਹੀਂ ਹੋਇਆ। ਤਾਂ ਉਸ ਤੋਂ ਬਾਅਦ 1664 'ਚ ਬਣੀ ਸੀ, ਇਹਨਾਂ ਨੇ 1667 ਦੇ ਵਿੱਚ ਇੰਡੀਆ ਵੱਲ ਰੁਖ ਕੀਤਾ ਜੀ। ਫਰੈਂਕੋਇਸ ਕੈਰਨ ਨਾਂ ਦਾ ਫਰੈਂਚ ਆਦਮੀ ਸੀ, ਉਹਦੀ ਕਮਾਂਡ ਦੇ ਹੇਠਾਂ ਫਰੈਂਚ ਭਾਰਤ ਦੇ ਵਿੱਚ ਆਏ ਤੇ ਇਹਨਾਂ ਨੇ ਭਾਰਤ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਸੂਰਤ ਦੇ ਵਿੱਚ, ਕਿਉਂਕਿ ਵੈਸਟ ਕੋਸਟ 'ਤੇ ਸੀ ਪਹਿਲਾਂ ਇਹੀ ਆਉਂਦਾ ਸੀ, ਸੂਰਤ ਦੇ ਵਿੱਚ ਆਪਣਾ ਟ੍ਰੇਡਿੰਗ ਸੈਂਟਰ ਇਸਟੈਬਲਿਸ਼ ਕੀਤਾ 1667 ਦੇ ਵਿੱਚ। ਤਾਂ ਇੰਗਲਿਸ਼ ਤੋਂ ਲਗਭਗ 67 ਸਾਲਾਂ ਦੇ ਪਿੱਛੋਂ ਤੇ ਪੁਰਤਗਾਲ ਤੋਂ ਲਗਭਗ 170 ਸਾਲਾਂ ਦੇ ਬਾਅਦ 'ਚ ਫਰੈਂਚ ਭਾਰਤ ਆਏ, ਠੀਕ ਹੈ। ਸੂਰਤ ਦੇ ਵਿੱਚ ਇਹਨਾਂ ਨੇ ਆਪਣਾ ਪਹਿਲੀ ਜਿਹੜੀ ਫੈਕਟਰੀ ਹੈ ਇਸਟੈਬਲਿਸ਼ ਕੀਤੀ। ਫਰੈਂਕੋਇਸ ਕੈਰਨ ਦੇ ਨਾਲ ਇੱਕ ਹੋਰ ਬੰਦਾ ਆਇਆ ਸੀਗਾ ਜੀ, ਉਹਦਾ ਨਾਂ ਸੀ ਮਰਕਾਰਾ। ਇਹ ਪਰਸ਼ੀਅਨ ਸੀ ਡਿਜ਼ਾਈਨ, ਇਹਦੇ ਨਾਲ ਆਇਆ ਸੀ ਤੇ ਇਹਦੀ ਮਦਦ ਦੇ ਨਾਲ ਹੀ ਮਸੂਲੀਪਟਨਮ ਦੇ ਵਿੱਚ ਫਰੈਂਚ ਫੈਕਟਰੀ ਇਸਟੈਬਲਿਸ਼ ਕੀਤੀ, ਜਿਹਦੇ ਤੋਂ ਆਗਿਆ ਲੈ ਕੇ ਜਿਹੜਾ ਗੋਲਕੁੰਡਾ ਦਾ ਸੁਲਤਾਨ ਸੀ, ਠੀਕ ਹੈ ਜੀ, ਉਸ ਤੋਂ ਆਗਿਆ ਲੈ ਕੇ ਪੇਟੈਂਟ ਲੈ ਕੇ ਇਹ ਮਰਕਾਰਾ ਨੇ ਮਸੂਲੀਪਟਨਮ ਦੇ ਵਿੱਚ ਫਰੈਂਚ ਦੀ ਦੂਜੀ ਜਿਹੜੀ ਫੈਕਟਰੀ ਸੀ ਇਸਟੈਬਲਿਸ਼ ਕੀਤੀ। ਇਸ ਤੋਂ ਬਾਅਦ ਜੀ ਜਿਹੜਾ ਅਗਲਾ ਇੰਪੋਰਟੈਂਟ ਸਾਲ ਆਉਂਦਾ ਹੈ ਜੀ
1673 1673 ਦੇ ਵਿੱਚ ਜਿਹੜਾ ਸੁਲਤਾਨ ਆਫ ਬੀਜਾਪੁਰ ਦੇ ਅੰਡਰ ਵੈਲੀ ਕੋਂਡਾਪੁਰਮ ਦਾ ਗਵਰਨਰ ਸੀ। ਸੁਲਤਾਨ ਆਫ ਬੀਜਾਪੁਰ ਉੱਪਰ ਸੀ, ਉਹਦੇ ਥੱਲੇ ਸੀ ਵੈਲੀ ਕੋਂਡਾਪੁਰਮ ਦੀ ਇੱਕ ਜਗ੍ਹਾ ਸੀ, ਠੀਕ ਹੈ। ਉਹਦਾ ਗਵਰਨਰ ਸੀ ਜੀ ਸ਼ੇਰ ਖਾਨ ਲੋਧੀ। ਇਹ ਨਾਮ ਇੰਪੋਰਟੈਂਟ ਨਹੀਂ, ਸ਼ੇਰ ਖਾਨ ਲੋਧੀ। ਵੈਲੀ ਕੋਂਡਾਪੁਰਮ, ਸ਼ੇਰ ਖਾਨ ਲੋਧੀ ਜਿਹੜਾ ਵੈਲੀ ਕੋਂਡਾਪੁਰਮ ਦਾ ਗਵਰਨਰ ਸੀ, ਉਸਨੇ ਮਸੂਲੀਪਟਨਮ ਫੈਕਟਰੀ ਦਾ ਜਿਹੜਾ ਡਾਇਰੈਕਟਰ ਸੀ, ਉਸ ਟਾਈਮ ਬਦਲ ਚੁੱਕਿਆ ਸੀ, ਉਸਦਾ ਨਾਮ ਸੀ ਫ੍ਰਾਂਸਿਸਕੋ ਮਾਰਟਿਨ। ਬੜਾ ਹੀ ਇੰਪੋਰਟੈਂਟ ਨਾਮ ਹੈ ਜੀ। ਫ੍ਰੈਂਚ ਦੀ ਪਾਵਰ ਭਾਵੇਂ ਸ਼ੁਰੂ ਕੈਰਨ ਤੋਂ ਹੋਈ ਸੀ, ਪਰ ਮਾਰਟਿਨ ਹੀ ਅਸਲ ਬੰਦਾ ਸੀ ਜਿਹਨੇ ਫ੍ਰੈਂਚ ਨੂੰ ਪੱਕੇ ਪੈਣੀ ਕੀਤਾ ਸੀ। ਤਾਂ ਇਸ ਨੂੰ ਇੱਕ ਜਗ੍ਹਾ ਅਲਾਟ ਕੀਤੀ ਸੈਟਲਮੈਂਟ ਲਈ, ਇੱਥੇ ਤੁਸੀਂ ਬਸੋ, ਇੱਥੇ ਟ੍ਰੇਡ ਸੈਂਟਰ ਇਸਟੈਬਲਿਸ਼ ਕਰੋ ਵੈਲੀ ਕੋਂਡਾਪੁਰਮ ਦੇ ਵਿੱਚ। ਉਸ ਜਗ੍ਹਾ ਨੂੰ ਬਾਅਦ ਵਿੱਚ 1674 ਦੇ ਵਿੱਚ ਨਾਮ ਦਿੱਤਾ ਗਿਆ ਜੀ ਪੌਂਡੀਚੇਰੀ। ਅੱਜ ਦੇ ਇੰਡੀਆ ਦੇ ਵਿੱਚ ਇਹ ਯੂਨੀਅਨ ਟੈਰੀਟਰੀ ਆ। ਦਿੱਲੀ ਤੋਂ ਬਾਅਦ ਦੂਜੀ ਅਜਿਹੀ ਯੂਨੀਅਨ ਟੈਰੀਟਰੀ ਆ ਜਿਹਦੀ ਆਪਣੀ ਵਿਧਾਨ ਸਭਾ ਹੈ। ਦੋ ਯੂਨੀਅਨ ਟੈਰੀਟਰੀ ਨੇ ਜਿਨ੍ਹਾਂ ਦੀਆਂ ਵਿਧਾਨ ਸਭਾਵਾਂ ਨੇ, ਦਿੱਲੀ ਅਤੇ ਪੌਂਡੀਚੇਰੀ, ਠੀਕ ਹੈ। ਬੇਸਿਕਲੀ ਜਿੰਨੀਆਂ ਵੀ ਅਸੀਂ ਪੁਰਤਗਾਲ ਜਾਂ ਫਰਾਂਸ ਤੋਂ ਜਿਹੜੀਆਂ ਟੈਰੀਟਰੀਜ਼ ਆਜ਼ਾਦੀ ਤੋਂ ਬਾਅਦ ਅਕਵਾਇਰ ਕੀਤੀਆਂ, ਜਿਸ ਤਰ੍ਹਾਂ ਦਮਨ ਅਤੇ ਦਿਊ, ਇਹ ਵੀ ਯੂਨੀਅਨ ਟੈਰੀਟਰੀ ਆ। ਗੋਆ ਨੂੰ ਬਣਾ ਦਿੱਤਾ ਗਿਆ ਸਟੇਟ, ਪਹਿਲਾਂ ਉਹ ਵੀ ਮੇਰੇ ਹਿਸਾਬ ਨਾਲ ਯੂਨੀਅਨ ਟੈਰੀਟਰੀ ਸੀ। ਅਤੇ 1674 ਦੇ ਵਿੱਚ ਪੌਂਡੀਚੇਰੀ ਦੀ ਸਥਾਪਨਾ ਕੀਤੀ। ਇਹ ਮੇਨ ਪਾਵਰ ਸੈਂਟਰ ਸੀ ਫ੍ਰੈਂਚ ਦਾ, ਠੀਕ ਹੈ। ਪੌਂਡੀਚੇਰੀ ਦੀ ਸਥਾਪਨਾ ਹੋ ਗਈ। ਫ੍ਰੈਂਚ ਹੁਣ ਕਾਫੀ ਪੱਕੇ ਪੈਰੀ ਹੋ ਚੁੱਕੇ ਨੇ। ਇਸ ਤੋਂ ਬਾਅਦ ਇਹਨਾਂ ਨੇ ਕੈਰਕਲ, ਠੀਕ ਹੈ, ਕਾਸਿਮ ਬਾਜ਼ਾਰ, ਹੋਰ ਜਗ੍ਹਾਵਾਂ 'ਤੇ ਵੀ ਆਪਣੀਆਂ ਫੈਕਟਰੀਆਂ ਦੀ ਸਥਾਪਨਾ ਕੀਤੀ, ਠੀਕ ਹੈ। ਤਾਂ ਹੁਣ ਫ੍ਰੈਂਚ ਕਾਫੀ ਪੱਕੇ ਪੈਰੀ ਹੋ ਚੁੱਕੇ ਨੇ। ਤਾਂ ਹੁਣ ਇਹਨਾਂ ਨੂੰ ਥੋੜ੍ਹੇ ਸੈਟਬੈਕ ਵੀ ਆਏ। ਉਹ ਕਿਵੇਂ ਆਏ ਉਹਨਾਂ ਬਾਰੇ ਦੇਖਦੇ ਹਾਂ। ਸੈਟਬੈਕ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਡੱਚ ਅਤੇ ਇੰਗਲਿਸ਼ ਪਹਿਲਾਂ ਹੀ ਇੰਡੀਆ ਦੇ ਵਿੱਚ ਹਨ। ਫ੍ਰੈਂਚ ਲੇਟ ਆਏ ਹਨ ਅਤੇ ਆਪਣੀ ਹੋਲਡ ਵਧਾਉਂਦੇ ਜਾ ਰਹੇ ਨੇ। ਪੌਂਡੀਚੇਰੀ ਉਹਨਾਂ ਨੇ ਆਪਣਾ ਮੇਨ ਪਾਵਰ ਸੈਂਟਰ ਬਣਾ ਲਿਆ ਮਾਰਟਨ ਦੀ ਯੋਗ ਅਗਵਾਈ ਦੇ ਵਿੱਚ। ਹੁਣ ਸੈਟਬੈਕ ਕੀ ਆਇਆ ਜੀ 1688 ਦੇ ਵਿੱਚ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ, ਗਲੋਰੀਅਸ ਰੈਵੋਲਿਊਸ਼ਨ ਹੋਇਆ ਸੀ ਇੰਗਲੈਂਡ ਦੇ ਵਿੱਚ। ਗਲੋਰੀਅਸ ਰੈਵੋਲਿਊਸ਼ਨ ਹੋਇਆ ਸੀ ਜਿਹਦੇ ਵਿੱਚ ਪਾਰਲੀਮੈਂਟ ਕੋਲੇ ਵੱਧ ਅਧਿਕਾਰ ਆ ਗਏ ਸਨ। ਇਸ ਗਲੋਰੀਅਸ ਰੈਵੋਲਿਊਸ਼ਨ ਤੋਂ ਬਾਅਦ ਡੱਚ ਅਤੇ ਜਿਹੜੇ ਇੰਗਲਿਸ਼ ਸਨ ਕਾਫੀ ਨੇੜੇ ਆ ਗਏ ਸਨ, ਠੀਕ ਹੈ। 1667 ਦੇ ਵਿੱਚ ਆਪਾਂ ਪਿਛਲੇ ਲੈਕਚਰ 'ਚ ਵੇਖਿਆ, ਉਹਨਾਂ 'ਚ ਸੰਧੀ ਵੀ ਹੋਈ ਸੀ ਕਿ ਉਹਨਾਂ ਨੇ ਇੰਡੀਆ 'ਚ ਦਖਲ ਦੇਣਾ ਬੰਦ ਕਰ ਦਿੱਤਾ ਸੀ ਇੰਗਲਿਸ਼ ਦੇ ਅਫੇਅਰ ਦੇ ਵਿੱਚ। ਤਾਂ ਇਸ ਸੰਧੀ ਦੇ ਕਾਰਨ, ਕਿਉਂਕਿ ਉਹ ਇਕੱਠੇ ਹੋ ਗਏ, ਡੱਚ ਨੂੰ ਲੱਗਿਆ ਸੀ ਤਾਕਤਵਰ ਹੋ ਗਏ, ਉਹਨਾਂ ਨੇ ਕੀ ਕੀਤਾ 1693 ਦੇ ਵਿੱਚ ਪੌਂਡੀਚੇਰੀ 'ਤੇ ਕਬਜ਼ਾ ਕਰ ਲਿਆ। ਫ੍ਰੈਂਚ ਨੂੰ ਉੱਥੋਂ ਖਦੇੜ ਦਿੱਤਾ ਅਤੇ ਪੌਂਡੀਚੇਰੀ ਡੱਚ ਦੇ ਕੋਲ ਚਲੀ ਗਈ। ਹਾਲਾਂਕਿ ਉਹ ਅੰਗਰੇਜ਼ਾਂ ਦੇ ਮਾਮਲੇ ਵਿੱਚ ਦਖਲ ਨਹੀਂ ਦਿੰਦੇ ਸਨ, ਪਰ ਉਹਨਾਂ ਦੀ ਸ਼ਾਇਦ ਇਹਨਾਂ ਨੇ ਪੌਂਡੀਚੇਰੀ ਕੋਲ ਕਬਜ਼ਾ ਕਰ ਲਿਆ, ਠੀਕ ਹੈ। ਬਾਅਦ 'ਚ ਟ੍ਰੀਟੀ ਆਫ ਰਾਈਸਵਿਕ ਹੋਈ ਸੀ। ਇਸ ਟ੍ਰੀਟੀ ਦੇ ਤਹਿਤ ਜਿਹੜੇ ਪੌਂਡੀਚੇਰੀ ਸੀ ਉਹ ਵਾਪਸ ਕਰ ਦਿੱਤਾ ਗਿਆ ਫ੍ਰੈਂਚ ਨੂੰ, ਠੀਕ ਹੈ। ਪਰੰਤੂ ਫਿਰ ਵੀ ਇਹ ਟ੍ਰੀਟੀ ਹੋਣ ਤੋਂ ਬਾਅਦ ਵੀ 2 ਸਾਲ ਲਈ ਜਿਹੜੀ ਡੱਚ ਗੈਰੀਸਨ ਸੀ ਉਹ ਫ੍ਰੈਂਚ ਨੂੰ ਆਪਣੇ ਖਰਚੇ 'ਤੇ ਉੱਥੇ ਰੱਖਣੀ ਪਈ, ਠੀਕ ਹੈ। ਇਸ ਤੋਂ ਬਾਅਦ ਫਿਰ ਉਹਨਾਂ ਨੂੰ ਸੈਟਬੈਕ ਲੱਗੇ ਜਦੋਂ ਉਹਨਾਂ ਤੋਂ ਸੂਰਤ ਅਤੇ ਮਸੂਲੀਪਟਨਮ ਵੀ ਖੋਹ ਲਏ ਗਏ ਰਾਈਵਲ ਪਾਵਰਸ ਦੁਆਰਾ। ਸੂਰਤ ਅਤੇ ਮਸੂਲੀਪਟਨਮ ਵੀ ਖੋਹ ਲਏ ਗਏ, ਪਰ ਪੌਂਡੀਚੇਰੀ ਨੂੰ ਦੁਬਾਰਾ ਖੜਾ ਕਰ ਲਿਆ ਮਾਰਟਿਨ ਨੇ। ਫ੍ਰਾਂਸਿਸ ਮਾਰਟਿਨ ਨੇ ਪੌਂਡੀਚੇਰੀ ਨੂੰ ਦੁਬਾਰਾ ਖੜਾ ਕੀਤਾ। ਅਜੇ ਉਹ ਫ੍ਰੈਂਚ ਪਾਵਰ ਨੂੰ ਰਿਵਾਈਜ਼ ਕਰ ਹੀ ਰਿਹਾ ਸੀ ਕਿ 1706 ਦੇ ਵਿੱਚ ਮਾਰਟਿਨ ਦੀ ਡੈਥ ਹੋ ਗਈ।
ਇੱਕ ਫੇਰ ਬੜਾ ਵੱਡਾ ਸੈਟਬੈਕ ਸੀਗਾ ਫ੍ਰੈਂਚ ਪਾਵਰ ਦੇ ਲਈ। ਪਰੰਤੂ ਇਸ ਸਮੇਂ ਤੋਂ ਬਾਅਦ 1720 ਤੋਂ 1742 ਦੇ ਵਿੱਚ ਇਸ ਨੂੰ ਦੁਬਾਰਾ ਰੀਆਰਗੇਨਾਈਜ਼ ਕੀਤਾ ਗਿਆ। ਜਿਹੜੀ ਫ੍ਰੈਂਚ ਦੀ ਕੰਪਨੀ ਸੀ ਉੱਥੋਂ ਦੀ ਸਰਕਾਰ ਦੁਆਰਾ ਇਸ ਨੂੰ ਦੁਬਾਰਾ ਰੀਆਰਗੇਨਾਈਜ਼ ਕੀਤਾ ਗਿਆ ਅਤੇ ਦੋ ਬੜੇ ਕਾਬਲ ਲੀਡਰ ਆਏ ਉਹਨਾਂ ਕੋਲ, ਲੈਨਿਓਰ ਐਂਡ ਡੂਮਾਸ। ਇਹ ਦੋ ਅਲੱਗ-ਅਲੱਗ ਫ੍ਰੈਂਚ ਗਵਰਨਰ ਸਨ ਜਿਹੜੇ 1720 ਤੋਂ ਲੈ ਕੇ 1742 ਦੇ ਵਿਚਕਾਰ ਇਹਨਾਂ ਦਾ ਕਾਰਜ ਖੇਤਰ ਸੀਗਾ ਅਤੇ ਇਹਨਾਂ ਨੇ ਫ੍ਰੈਂਚ ਦੀ ਪਾਵਰ ਨੂੰ ਮੁੜ ਪੱਕੇ ਪੈਰੀ ਕਰ ਦਿੱਤਾ ਜੀ ਇੰਡੀਆ ਦੇ ਵਿੱਚ। ਤਾਂ ਇਸ ਤਰ੍ਹਾਂ ਹੁਣ ਕੀ ਹੋ ਚੁੱਕਿਆ ਜੀ, ਡੱਚ ਚਲੇ ਜਾ ਚੁੱਕੇ ਹਨ, ਪੁਰਤਗੀਜ਼ ਚਲੇ ਜਾ ਚੁੱਕੇ ਹਨ, ਫ੍ਰੈਂਚ ਇਸਟੈਬਲਿਸ਼ ਹੋ ਗਏ ਨੇ 1742 ਤੱਕ ਅਤੇ 1715 ਆਉਂਦੇ ਤੱਕ ਜਿਹੜੇ ਜੌਨ ਸਰਮਨ ਨੂੰ ਮਿਲੇ 3 ਫਰਮਾਨਾਂ ਦੀ ਬਦੌਲਤ ਇੰਗਲਿਸ਼ ਵੀ ਬੜੇ ਇਸਟੈਬਲਿਸ਼ ਹੋ ਚੁੱਕੇ ਨੇ ਇੰਡੀਆ ਦੇ ਵਿੱਚ। ਠੀਕ ਹੈ ਜੀ। ਤਾਂ ਹੁਣ ਦੋ ਹੀ ਮੇਨ ਯੂਰਪੀਅਨ ਪਾਵਰਸ ਰਹਿ ਗਈਆਂ ਨੇ ਕੰਪੀਟ ਕਰਨ ਨੂੰ ਭਾਰਤ ਦੇ ਵਿੱਚ, ਅਤੇ ਇਹਨਾਂ ਦੀ ਰਾਈਵਲਰੀ ਇਸ ਤੋਂ ਬਾਅਦ ਸਟਾਰਟ ਹੋ ਜਾਏ। ਨਾਲ ਜੇ ਅਸੀਂ ਧਿਆਨ ਰੱਖੀਏ ਭਾਰਤ ਦੇ ਰਾਜਨੀਤਿਕ ਹਾਲਾਤ ਕੀ ਬਣ ਰਹੇ ਨੇ। 1742 ਦਾ ਸਮਾਂ ਆ ਗਿਆ, ਜਾਂ ਕਹਿ ਲਓ 1720 ਤੋਂ 1742 ਦਾ ਸਮਾਂ ਆ ਗਿਆ। ਪਹਿਲਾਂ ਆਪਾਂ ਗੱਲ ਕੀਤੀ ਸੀ ਕਿ 1707 ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋ ਜਾਂਦੀ ਹੈ। ਠੀਕ ਹੈ। ਉਸ ਤੋਂ ਬਾਅਦ ਉਸਦਾ ਬੇਟਾ ਬਹਾਦਰ ਸ਼ਾਹ ਰਾਜਾ ਬਣਦਾ ਹੈ। ਉਸ ਤੋਂ ਬਾਅਦ ਫਰੁਖਸੀਆਰ ਦਾ ਟਾਈਮ ਆਉਂਦਾ। ਫਰੁਖਸੀਆਰ 1720 ਦੇ ਵਿੱਚ ਚਲਾ ਜਾਂਦਾ ਅਤੇ ਉਸ ਤੋਂ ਬਾਅਦ ਬਿਲਕੁਲ ਹੀ ਅਨਸਟੇਬਲ ਹੋ ਜਾਂਦਾ ਹੈ ਮੁਗਲ ਰਾਜ। ਬਾਹਰੋਂ ਹਮਲੇ ਸਟਾਰਟ ਹੋ ਜਾਂਦੇ ਨੇ। 1739 ਦੇ ਵਿੱਚ ਜੇ ਤੁਸੀਂ ਯਾਦ ਰੱਖੋ ਤਾਂ ਨਾਦਰ ਸ਼ਾਹ ਦਾ ਹਮਲਾ ਹੋਇਆ। ਠੀਕ ਹੈ। ਇਸ ਤੋਂ ਬਾਅਦ ਅਗਲੇ ਸਮੇਂ ਵਿੱਚ ਅਹਿਮਦ ਸ਼ਾਹ ਅਬਦਾਲੀ ਹੋਇਆ। ਤਾਂ ਮੁਗਲ ਸਾਮਰਾਜ ਕਮਜ਼ੋਰ ਹੋ ਗਿਆ ਅਤੇ ਭਾਰਤ ਦੇ ਦੱਖਣ ਦੇ ਵਿੱਚ ਜਿੱਧਰੋਂ ਅੰਗਰੇਜ਼ ਆਏ ਸਨ, ਠੀਕ ਹੈ ਜੀ, ਉੱਧਰ ਕੀ ਹੈ, ਛੋਟੇ ਇੰਡੀਪੈਂਡੈਂਟ ਸਟੇਟ ਬਣਨੇ ਸਟਾਰਟ ਹੋ ਗਏ। ਜਿਹੜਾ ਨਿਜ਼ਾਮ ਸੀ ਹੈਦਰਾਬਾਦ ਦਾ ਉਹ ਵੀ ਆਜ਼ਾਦ ਹੋ ਗਿਆ। ਤਾਂ ਜਿਹੜੀਆਂ ਭਾਰਤ ਦੀਆਂ ਪਹਿਲੀਆਂ ਤਕੜੀਆਂ ਪਾਵਰਾਂ ਨੇ ਉਹ ਕਮਜ਼ੋਰ ਹੁੰਦੀਆਂ ਜਾ ਰਹੀਆਂ ਨੇ। ਇੰਗਲਿਸ਼ ਅਤੇ ਫ੍ਰੈਂਚ ਉਸ ਸਮੇਂ ਦੇ ਵਿੱਚ ਮਜ਼ਬੂਤ ਹੁੰਦੇ ਜਾ ਰਹੇ ਨੇ। ਤਾਂ ਹੁਣ ਪੋਲੀਟੀਕਲ ਐਂਬੀਸ਼ਨਸ ਉੱਭਰਨੇ ਸਟਾਰਟ ਹੋਣਗੇ ਅਤੇ ਨਾਲ ਦੀ ਨਾਲ ਹੀ ਜਦੋਂ ਪੋਲੀਟੀਕਲ ਪਾਵਰ ਦੀ ਗੱਲ ਆਉਂਦੀ ਹੈ, ਟ੍ਰੇਡ 'ਚ ਤਾਂ ਫਿਰ ਵੀ ਇੱਕ ਦੂਜੇ ਨੂੰ ਜਿਹੜੀਆਂ ਯੂਰਪੀਅਨ ਪਾਵਰ ਨੇ ਥੋੜ੍ਹਾ ਸਹਿਣ ਕਰਦੀਆਂ ਨੇ, ਪਰ ਪੋਲੀਟੀਕਲ ਪਾਵਰ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੀ ਰਾਈਵਲਰੀ ਹੋਰ ਜ਼ਿਆਦਾ ਵੱਧਦੀ ਹੈ। ਠੀਕ ਹੈ ਜੀ। ਤਾਂ ਆਉਣ ਵਾਲੇ ਲੈਕਚਰਾਂ 'ਚ ਆਪਾਂ ਗੱਲ ਕਰਾਂਗੇ ਇਸ ਰਾਈਵਲਰੀ ਦੀ, ਇਸ ਰਾਈਵਲਰੀ ਤੋਂ ਨਿਕਲਣ ਵਾਲੀਆਂ ਜੰਗਾਂ ਦੀ, ਅਤੇ ਅੰਤ ਵਿੱਚ ਇੰਗਲਿਸ਼ ਕਿਵੇਂ ਜਿੱਤ ਪਾਉਂਦੇ ਨੇ ਫ੍ਰੈਂਚ ਨੂੰ ਅਤੇ ਆਪਣੇ ਆਪ ਨੂੰ ਪੋਲੀਟੀਕਲ ਪਾਵਰ ਵਜੋਂ ਇਸਟੈਬਲਿਸ਼ ਕਰਦੇ ਹਨ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਡੱਚ ਪੂਰਾ ਕਵਰ ਕਰ ਚੁੱਕੇ ਹਾਂ ਅਤੇ ਜਿਹੜਾ ਫ੍ਰੈਂਚ ਦੀ ਪਾਵਰ ਸੀ ਉਹ ਇਸਟੈਬਲਿਸ਼ ਕਰ ਚੁੱਕੇ। ਠੀਕ ਹੈ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।